ਇੰਡੀਆ ਦੀ ਅਰਥਵਿਵਸਥਾ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਸਰੇ ਕਾਰਜਕਾਲ ਦੇ ਵਿੱਚ। ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਬੋਲੀ ਹੈ। तीसरे टर्म में दुनिया की पहली 3 इकोनॉमीज में एक नाम भारत का होगा। ਇੰਡੀਆ ਦੀ ਇਕਨੋਮੀ 5 ਟ੍ਰਿਲੀਅਨ ਹੋ ਜਾਵੇਗੀ। ਇਹੋ ਜਿਹੇ ਵਾਅਦੇ ਅਸੀਂ ਪਹਿਲਾਂ ਵੀ ਸੁਣ ਚੁੱਕੇ ਹਾਂ, ਪਰ ਕਰੋਨਾ ਪੈਂਡੇਮਿਕ ਤੇ ਰਸ਼ੀਆ ਯੂਕਰੇਨ ਵਾਰ ਵਰਗੇ ਇੰਪੋਰਟੈਂਟ ਫੈਕਟਰ ਵੀ ਕੰਸੀਡਰ ਕਰਨੇ ਜ਼ਰੂਰੀ ਹੈ ਜਦੋਂ ਅਸੀਂ ਇਕਨੋਮਿਕ ਗਰੋਥ ਦੀ ਗੱਲ ਕਰਦੇ ਹਾਂ। ਪਰ ਹੁਣ ਗੱਲ ਇਹ ਹੈ ਕਿ ਸ਼੍ਰੀ ਨਰਿੰਦਰ ਮੋਦੀ ਦੇ ਤੀਸਰੇ ਸਭ ਤੋਂ ਵੱਡੀ ਇਕਨੋਮੀ ਵਾਲੇ ਦਾਅਵੇ 'ਚ ਦਮ ਕਿੰਨਾ ਹੈ। ਕੀ ਇੰਡੀਆ ਇਹ ਅਚੀਵਮੈਂਟ ਹਾਸਿਲ ਕਰ ਸਕਦਾ ਹੈ ਤੇ ਕੀ ਇਹ ਅਚੀਵਮੈਂਟ ਹਾਸਿਲ ਕਰਨ ਵਾਸਤੇ ਸ਼੍ਰੀ ਨਰਿੰਦਰ ਮੋਦੀ ਦਾ ਹੀ ਪ੍ਰਧਾਨ ਮੰਤਰੀ ਰਹਿਣਾ ਜ਼ਰੂਰੀ ਹੈ ਤੇ ਕੀ ਇਹ ਅਚੀਵਮੈਂਟ ਹਾਸਿਲ ਕਰਨ ਦੇ ਨਾਲ ਦੇਸ਼ ਦੀਆਂ ਸਾਰੀਆਂ ਪ੍ਰੋਬਲਮਸ ਠੀਕ ਹੋ ਜਾਣਗੀਆਂ। ਆਜੋ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ। प्रधानमंत्री नरेंद्र मोदी की बात करें तो प्रधानमंत्री ने अपनी सरकार के लिए तीसरे टर्म का ऐलान कर दिया है कि तीसरे कार्यकाल में टॉप 3 इकोनॉमीज में भारत का नाम होगा। ਤੁਸੀਂ ਅਕਸਰ ਪੋਲੀਟੀਸ਼ੀਅਨਸ ਦੇ ਕੋਲੋਂ ਸੁਣਿਆ ਹੋਣਾ ਕਿ ਸਾਡੇ ਰਾਜ ਦੇ ਵਿੱਚ ਇਕਨੋਮੀ ਇੰਨੇ ਟ੍ਰਿਲੀਅਨ ਡਾਲਰ ਹੋ ਗਈ ਐਕਸੈਟਰਾ ਐਕਸੈਟਰਾ। ਅਸਲ ਵਿੱਚ ਇਹ ਸਭ ਹੈ ਕਿ ਕਿਸੇ ਵੀ ਦੇਸ਼ ਦੀ ਇਕਨੋਮੀ ਯਾਨੀ ਕਿ ਅਰਥਵਿਵਸਥਾ ਨੂੰ ਨਾਪਣ ਵਾਸਤੇ ਇੱਕ ਟਰਮ ਦਾ ਯੂਜ਼ ਕਰਿਆ ਜਾਂਦਾ ਹੈ ਜਿਸ ਨੂੰ ਬੋਲਦੇ ਆ GDP, ਗ੍ਰੋਸ ਡੋਮੈਸਟਿਕ ਪ੍ਰੋਡਕਟ। ਇਸ ਨੂੰ ਪੰਜਾਬੀ ਵਿੱਚ ਬੋਲਦੇ ਆ ਕੁੱਲ ਘਰੇਲੂ ਉਤਪਾਦ। ਇੱਥੇ ਘਰੇਲੂ ਤੋਂ ਮਤਲਬ ਦੇਸ਼ ਤੋਂ ਹੈ। GDP ਦੇਸ਼ ਦੇ ਅੰਦਰ ਹੋ ਰਹੇ ਹਰ ਤਰ੍ਹਾਂ ਦੇ ਉਤਪਾਦਨ ਦੇ ਮੁੱਲ ਦਾ ਟੋਟਲ ਹੁੰਦਾ ਹੈ। ਉਤਪਾਦਨ ਵਿੱਚ ਕੀ ਕੀ ਆਉਂਦਾ ਹੈ? ਦੇਸ਼ ਦੀ ਪੋਲੀਟੀਕਲ ਬਾਉਂਡਰੀ ਦੇ ਅੰਦਰ ਬਣ ਰਹੇ ਸਾਰੇ ਗੁੱਡਸ ਯਾਨੀ ਕਿ ਉਹ ਸਾਰੇ ਪ੍ਰੋਡਕਟਸ ਜਿਹੜੇ ਫੈਕਟਰੀ ਦੇ ਵਿੱਚ ਬਣਦੇ ਆ, ਜਿਵੇਂ ਕਿ ਟਾਇਰਸ, ਪੈਨ, ਲੈਪਟਾਪ ਐਕਸੈਟਰਾ, ਜਿਨ੍ਹਾਂ ਨੂੰ ਅਸੀਂ ਪੈਸਾ ਦੇ ਕੇ ਖਰੀਦ ਸਕਦੇ ਹਾਂ। GDP ਦੇ ਵਿੱਚ ਗੁੱਡਸ ਦੇ ਨਾਲ-ਨਾਲ ਹਰ ਤਰ੍ਹਾਂ ਦੀ ਸਰਵਿਸਿਜ਼ ਨੂੰ ਵੀ ਇਨਕਲੂਡ ਕਰਿਆ ਜਾਂਦਾ ਹੈ, ਜਿਵੇਂ ਕਿ ਡਾਕਟਰਸ, ਲਾਇਰਸ, ਟੀਚਰਸ। ਅਸੀਂ ਸਕੂਲ ਵਿੱਚ ਪੜ੍ਹਨ ਦੇ ਪੈਸੇ ਪੇ ਕਰਦੇ ਹਾਂ, ਪਰ ਉੱਥੋਂ ਸਾਨੂੰ ਕੋਈ ਫਿਜ਼ੀਕਲ ਚੀਜ਼ ਨਹੀਂ ਮਿਲਦੀ, ਪਰ ਫਿਰ ਵੀ ਸਾਨੂੰ ਸੈਟੀਸਫੈਕਸ਼ਨ ਹੁੰਦੀ ਹੈ ਕਿ ਅਸੀਂ ਕੁਝ ਹਾਸਿਲ ਕੀਤਾ ਹੈ, ਅਸੀਂ ਉੱਥੋਂ ਐਜੂਕੇਸ਼ਨ ਹਾਸਿਲ ਕੀਤੀ ਹੈ। ਅਸੀਂ ਟਰਾਂਸਪੋਰਟੇਸ਼ਨ ਦਾ ਯੂਜ਼ ਕਰਦੇ ਹਾਂ, ਜਿਵੇਂ ਬੱਸ ਜਾਂ ਟ੍ਰੇਨ। ਉਹ ਸਾਨੂੰ ਪੈਸੇ ਦੇ ਬਦਲੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਛੱਡਦੀ ਹੈ। ਇਹਨੂੰ ਹੀ ਕਹਿੰਦੇ ਆ ਸੇਵਾ ਜਾਂ ਫਿਰ ਸਰਵਿਸਿਜ਼। GDP ਦੇਸ਼ ਦੀ ਸਾਰੀ ਗੁੱਡਸ ਐਂਡ ਸਰਵਿਸਿਜ਼ ਦੀ ਮਾਰਕੀਟ ਵੈਲਿਊ ਦਾ ਟੋਟਲ ਹੁੰਦਾ ਹੈ। ਇੰਡੀਆ ਦੀ ਇਕਨੋਮੀ ਹੈ 3.7 ਟ੍ਰਿਲੀਅਨ ਡਾਲਰ ਤੇ ਫਿਲਹਾਲ ਇੰਡੀਆ 5ਵੇਂ ਨੰਬਰ ਤੇ ਹੈ। ਲਿਸਟ ਵਿੱਚ ਨੰਬਰ 1 ਤੇ ਹੈ ਯੂਨਾਈਟਿਡ ਸਟੇਟਸ ਆਫ ਅਮਰੀਕਾ, ਦੂਸਰੇ ਤੇ ਚਾਈਨਾ, ਤੀਸਰੇ ਤੇ ਜਾਪਾਨ, ਚੌਥੇ ਤੇ ਜਰਮਨੀ ਤੇ 5ਵੇਂ ਤੇ ਇੰਡੀਆ। ਤੇ ਪਿਛਲੇ 9 ਸਾਲਾਂ ਦੇ ਵਿੱਚ ਜਿਨ੍ਹਾਂ ਦੇਸ਼ਾਂ ਨੂੰ ਅਸੀਂ ਪਿੱਛੇ ਛੱਡ ਚੁੱਕੇ ਹਾਂ ਉਹ ਹੈ UK, ਫਰਾਂਸ, ਰਸ਼ੀਆ, ਕੈਨੇਡਾ, ਇਟਲੀ। ਰੀਸੈਂਟਲੀ ਪ੍ਰਧਾਨ ਮੰਤਰੀ ਜੀ ਨੇ ਜਦੋਂ US ਕਾਂਗਰਸ ਨੂੰ ਐਡਰੈਸ ਕੀਤਾ ਸੀ ਉਦੋਂ ਵੀ ਉਹਨਾਂ ਨੇ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵਾਲੀ ਗੱਲ ਬੋਲੀ ਸੀ। India will be the third largest economy soon। ਇਹੋ ਜਿਹੇ ਅਨੁਮਾਨ ਕੱਲੇ ਪ੍ਰਧਾਨ ਮੰਤਰੀ ਮੋਦੀ ਨਹੀਂ ਬਲਕਿ ਬਹੁਤ ਸਾਰੀ ਮੀਡੀਆ ਰਿਪੋਰਟਸ ਤੇ ਬੜੀ ਸਾਰੀ ਫਾਈਨੈਂਸ਼ੀਅਲ ਫਰਮਸ ਵੀ ਲਗਾ ਚੁੱਕੀਆਂ। ਕੁਝ ਮੀਡੀਆ ਰਿਪੋਰਟਸ ਤਾਂ 2075 ਤੱਕ ਦਾ ਅਨੁਮਾਨ ਵੀ ਲਗਾ ਰਹੀਆਂ। ਪਰ ਇੰਟਰਸਟਿੰਗ ਗੱਲ ਇਹ ਹੈ ਕਿ ਰਿਪੋਰਟ ਭਾਵੇਂ ਕਿਸੇ ਵੀ ਫਾਈਨੈਂਸ਼ੀਅਲ ਫਰਮ ਦੀ ਹੋਵੇ, ਕਿਸੇ ਨੇ ਵੀ ਕਿਸੇ ਪੋਲੀਟੀਕਲ ਪਾਰਟੀ ਨੂੰ ਮੈਂਸ਼ਨ ਨਹੀਂ ਕੀਤਾ। ਉਹਨਾਂ ਨੇ ਇੰਡੀਅਨ ਇਕਨੋਮੀ ਨੂੰ ਐਜ਼ ਅ ਸਿਸਟਮ ਸਟੱਡੀ ਕੀਤਾ। ਫਾਈਨੈਂਸ਼ੀਅਲ ਈਅਰ 2022-23 ਦੇ ਵਿੱਚ ਇੰਡੀਅਨ ਇਕਨੋਮੀ 7.2% ਨਾਲ ਵਧੀ। ਇੰਡੀਆ ਦੀ ਇਕਨੋਮੀ ਜਾਪਾਨ ਤੇ ਜਰਮਨੀ ਨੂੰ ਪਛਾੜ ਕੇ ਤੀਸਰੇ ਨੰਬਰ ਤੇ ਪਹੁੰਚ ਜਾਵੇਗੀ, ਇਹ ਗੱਲ ਸੱਚ ਹੈ। 2004 ਤੋਂ 2014 ਦੇ ਵਿੱਚ ਜਦੋਂ ਡਾਕਟਰ ਮਨਮੋਹਨ ਸਿੰਘ ਇੰਡੀਆ ਦੇ ਪ੍ਰਧਾਨ ਮੰਤਰੀ ਸੀਗੇ ਉਦੋਂ ਵੀ ਇੰਡੀਅਨ ਇਕਨੋਮੀ 3 ਗੁਣਾ ਵਧੀ ਸੀ। 2004 ਦੇ ਵਿੱਚ 700 ਬਿਲੀਅਨ ਤੋਂ ਲੈ ਕੇ 2014 ਵਿੱਚ 2039 ਬਿਲੀਅਨ ਡਾਲਰਸ ਤੱਕ ਪਹੁੰਚ ਗਈ ਸੀ। ਕੀ GDP ਦੇਸ਼ ਦੀ ਅਰਥਵਿਵਸਥਾ ਦੀ ਸਿਹਤ ਦਾ ਪੂਰਾ ਹਾਲ ਦੱਸਣ ਲਈ ਕਾਫੀ ਹੈ? ਦੇਸ਼ ਦੇ ਸਾਬਕਾ ਵਿੱਤ ਮੰਤਰੀ P ਚਿਦੰਬਰਮ ਨੇ ਇਸ ਤੇ ਕਮੈਂਟ ਕਰਦੇ ਹੋਏ ਬੋਲਿਆ ਕਿ ਇੰਡੀਆ ਦਾ ਰੈਂਕ GDP ਦੇ ਮਾਮਲੇ ਵਿੱਚ 5ਵਾਂ ਹੈ। ਇਹ ਬੜੀ ਮਾਣ ਵਾਲੀ ਗੱਲ ਹੈ। ਪਰ ਕੈਪੀਟਾ ਇਨਕਮ ਦੇ ਵਿੱਚ ਇੰਡੀਆ ਦਾ ਰੈਂਕ 128ਵਾਂ ਹੈ, ਜੋ ਕਿ ਸਾਨੂੰ ਸੱਚ ਦੱਸਦਾ ਹੈ। ਸਾਨੂੰ ਦੇਸ਼ ਨੂੰ ਤੇਜ਼ ਗਤੀ ਨਾਲ ਅੱਗੇ ਵਧਾਉਣਾ ਚਾਹੀਦਾ ਹੈ ਤੇ ਸਾਡਾ ਗੋਲ ਇਹ ਹੋਣਾ ਚਾਹੀਦਾ ਹੈ ਕਿ ਇੰਡੀਆ ਦਾ ਰੈਂਕ ਪਰ ਕੈਪੀਟਾ ਇਨਕਮ ਦੇ ਮਾਮਲੇ ਦੇ ਵਿੱਚ ਦੁਨੀਆ ਦੇ ਟੌਪ 10 ਦੇਸ਼ਾਂ ਵਿੱਚ ਆਵੇ। ਸਾਨੂੰ ਪਰ ਕੈਪੀਟਾ ਇਨਕਮ ਦੀ ਗੱਲ ਕਰਨੀ ਚਾਹੀਦੀ ਹੈ। ਸਮਰਿੱਧੀ ਨੂੰ ਨਾਪਣ ਦਾ ਸਹੀ ਤਰੀਕਾ ਇਹੀ ਹੈ। ਹੁਣ ਪਰ ਕੈਪੀਟਾ ਇਨਕਮ ਕੀ ਚੀਜ਼ ਹੈ? ਦੇਸ਼ ਦੀ ਕੁੱਲ ਕਮਾਈ ਨੂੰ ਦੇਸ਼ ਦੀ ਪੋਪੂਲੇਸ਼ਨ ਦੇ ਨਾਲ ਡਿਵਾਈਡ ਕਰਨ ਤੇ ਜੋ ਫਿਗਰ ਆਂਦਾ ਹੈ ਉਸ ਨੂੰ ਬੋਲਦੇ ਆ ਪਰ ਕੈਪੀਟਾ ਇਨਕਮ। ਆਸਾਨ ਭਾਸ਼ਾ ਦੇ ਵਿੱਚ ਦੇਸ਼ ਦਾ ਹਰ ਇੱਕ ਨਾਗਰਿਕ ਔਸਤਨ ਕਿੰਨਾ ਪੈਸਾ ਕਮਾ ਰਿਹਾ ਹੈ। ਪਰ ਇਸ ਦੇ ਵਿੱਚ ਇੱਕ ਪੇਚ ਹੈ। ਫੋਰ ਐਗਜ਼ਾਮਪਲ 10 ਲੋਕਾਂ ਦਾ ਇੱਕ ਗਰੁੱਪ ਹੈ, ਉਹਦੇ ਵਿੱਚ 2 ਲੋਕ 500 ਰੁਪਏ ਕਮਾਉਂਦੇ ਆ ਪਰ ਬਾਕੀ 8 ਲੋਕ ਵਿਹਲੇ ਆ। ਪਰ ਜਦੋਂ ਅਸੀਂ ਇਹਨਾਂ ਦੀ ਪਰ ਕੈਪੀਟਾ ਇਨਕਮ ਕੈਲਕੂਲੇਟ ਕਰਾਂਗੇ ਤਾਂ ਸਭ ਦੇ ਹਿੱਸੇ 100 ਰੁਪਏ ਆਉਗੇ। ਜਿਹੜੇ 8 ਲੋਕ ਵਿਹਲੇ ਆ ਉਹਨਾਂ ਦੇ ਹਿੱਸੇ 100 ਰੁਪਏ ਇਸ ਕਰਕੇ ਆਇਆ ਕਿਉਂਕਿ 2 ਲੋਕ ਜਿਹੜੇ ਕਮਾ ਰਹੇ ਆ ਉਹ ਜ਼ਿਆਦਾ ਕਮਾ ਰਹੇ ਆ। ਇਸ ਕਰਕੇ ਪਰ ਕੈਪੀਟਾ ਇਨਕਮ ਵੀ ਸਹੀ ਪਿਕਚਰ ਨਹੀਂ ਦਿੰਦਾ। ਇੰਡੀਆ ਦੀ ਐਨੂਅਲ ਪਰ ਕੈਪੀਟਾ ਇਨਕਮ ਹੈ ਤਕਰੀਬਨ 2 ਲੱਖ ਰੁਪਏ। ਇੰਡੀਆ ਦੇ ਵਿੱਚ ਹਰ ਇੱਕ ਨਾਗਰਿਕ ਤਕਰੀਬਨ 2 ਲੱਖ ਰੁਪਏ ਕਮਾਉਂਦਾ ਹੈ ਤੇ ਇਹ ਸੰਖਿਆ 2030 ਤੱਕ 4000 ਡਾਲਰ ਯਾਨੀ ਕਿ 3,29,000 ਹੋਣ ਦਾ ਅਨੁਮਾਨ ਹੈ। ਪਰ ਜਿਨ੍ਹਾਂ ਦੇਸ਼ਾਂ ਨੂੰ ਅਸੀਂ ਪਿੱਛੇ ਛੱਡਣ ਦੀ ਗੱਲ ਕਰ ਰਹੇ ਹਾਂ ਉਹਨਾਂ ਦੇਸ਼ਾਂ ਦੀ ਪਰ ਕੈਪੀਟਾ ਇਨਕਮ ਕਈ ਗੁਣਾ ਜ਼ਿਆਦਾ ਹੈ। ਫੋਰ ਐਗਜ਼ਾਮਪਲ ਜਰਮਨੀ ਦੀ ਪਰ ਕੈਪੀਟਾ ਇਨਕਮ ਹੈ 39 ਲੱਖ ਰੁਪਏ ਤੇ ਜਾਪਾਨ ਦੀ ਹੈ 29 ਲੱਖ ਰੁਪਏ। ਭਾਵੇਂ ਅਸੀਂ GDP ਦੇ ਮਾਮਲੇ ਵਿੱਚ ਇਹਨਾਂ ਦੇਸ਼ਾਂ ਨੂੰ ਪਿੱਛੇ ਛੱਡ ਦਈਏ ਪਰ ਫਿਰ ਵੀ ਸਾਡੇ ਦੇਸ਼ ਦੇ ਮੁਕਾਬਲੇ ਇਹਨਾਂ ਦੇਸ਼ਾਂ ਦੇ ਵਿੱਚ ਪ੍ਰੋਸਪੈਰਿਟੀ ਕਾਫੀ ਜ਼ਿਆਦਾ ਹੈ। ਵੈਸੇ ਵੀ ਇੰਡੀਆ ਦੇ ਵਿੱਚ ਇਨਕਮ ਦੀ ਇਨਇਕੁਐਲਿਟੀ ਬਹੁਤ ਜ਼ਿਆਦਾ ਹੈ। ਦ ਹਿੰਦੂ ਵਿੱਚ ਛਪੀ ਆਕਸਫੈਮ ਦੀ ਇਸ ਰਿਪੋਰਟ ਦੇ ਅਕੋਰਡਿੰਗ ਇੰਡੀਆ ਦੇ ਟੌਪ ਦੇ 1% ਅਮੀਰ ਲੋਕ ਇੰਡੀਆ ਦਾ 40% ਵੈਲਥ ਹੋਲਡ ਕਰਦੇ ਆ ਤੇ ਇੰਡੀਅਨ ਐਕਸਪ੍ਰੈਸ ਦੀ ਇਸ ਰਿਪੋਰਟ ਦੇ ਅਕੋਰਡਿੰਗ ਟੌਪ ਦੇ 5% ਲੋਕ ਇੰਡੀਆ ਦੀ 60% ਵੈਲਥ ਨੂੰ ਹੋਲਡ ਕਰਦੇ ਆ
ਤੇ ਬੋਟਮ ਦੇ 50% ਲੋਕ ਬਸ 3%। ਹਾਂਜੀ ਤੁਸੀਂ ਸਹੀ ਸੁਣਿਆ, ਬੋਟਮ ਦੇ 50% ਲੋਕ ਬਸ 3% ਵੈਲਥ ਨੂੰ ਹੋਲਡ ਕਰਦੇ ਆ। ਇੰਨੀ ਗਰੀਬੀ ਹੋਣ ਦੇ ਬਾਵਜੂਦ ਵੀ ਇੰਡੀਆ ਦੀ ਪਰ ਕੈਪੀਟਾ ਇਨਕਮ 2 ਲੱਖ ਰੁਪਏ ਹੈ, ਕਿਉਂਕਿ ਇੰਡੀਆ ਦੇ ਕੁਝ ਲੋਕ ਬਹੁਤ ਜ਼ਿਆਦਾ ਕਮਾ ਰਹੇ। ਪਰ ਸਾਨੂੰ GDP ਦੱਸ ਕੇ ਤੇ ਹਿੰਦੂ ਮੁਸਲਿਮ ਡਿਬੇਟ ਵਿੱਚ ਉਲਝਾ ਕੇ ਸਾਡਾ ਇਹਨਾਂ ਗੱਲਾਂ ਤੋਂ ਧਿਆਨ ਭਟਕਾਇਆ ਜਾਂਦਾ ਹੈ। ਸਰਕਾਰ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਇਸ ਇਨਇਕੁਐਲਿਟੀ ਨੂੰ ਘਟਾਵੇ। ਸਭ ਦੀ ਇਨਕਮ ਬਰਾਬਰ ਤਾਂ ਨਹੀਂ ਹੋ ਸਕਦੀ, ਪਰ ਸਾਡੇ ਦੇਸ਼ ਦਾ ਹਰ ਇੱਕ ਨਾਗਰਿਕ ਘੱਟੋ ਘੱਟ ਇੰਨਾ ਸક્ષਮ ਤਾਂ ਹੋਣਾ ਹੀ ਚਾਹੀਦਾ ਕਿ ਉਹ ਆਪਣੀ ਬੇਸਿਕ ਨੀਡਸ ਨੂੰ ਫੁੱਲਫਿਲ ਕਰ ਸਕੇ। ਜਿਸ ਤਰ੍ਹਾਂ ਇੱਕ ਵਿਅਕਤੀ ਦੀ ਸਿਹਤ ਚੈੱਕ ਕਰਨ ਵਾਸਤੇ ਡਾਕਟਰ ਬੜੀ ਸਾਰੀ ਟੈਸਟ ਰਿਪੋਰਟਸ ਨੂੰ ਚੈੱਕ ਕਰਦਾ ਹੈ, ਉਸੇ ਤਰ੍ਹਾਂ ਇਕਨੋਮੀ ਦੀ ਸਿਹਤ ਚੈੱਕ ਕਰਨ ਵਾਸਤੇ ਬੜੇ ਸਾਰੇ ਪੈਰਾਮੀਟਰਸ ਚੈੱਕ ਕਰੇ ਜਾਂਦੇ। GDP ਪਰ ਕੈਪੀਟਾ ਇਨਕਮ ਤੋਂ ਇਲਾਵਾ ਇੱਕ ਹੋਰ ਬੜਾ ਇੰਪੋਰਟੈਂਟ ਫੈਕਟਰ ਹੈ PPP, ਯਾਨੀ ਕਿ ਪਰਚੇਸਿੰਗ ਪਾਵਰ ਪੈਰਿਟੀ। ਆਸਾਨ ਭਾਸ਼ਾ ਵਿੱਚ ਬੋਲੀਏ ਤਾਂ ਅਗਰ ਕੋਈ ਚੀਜ਼ ਇੰਡੀਆ ਵਿੱਚ 80 ਰੁਪਏ ਦੀ ਹੈ ਤਾਂ ਜ਼ਰੂਰੀ ਨਹੀਂ ਕਿ ਉਹ ਚੀਜ਼ ਅਮਰੀਕਾ ਦੇ ਵਿੱਚ 80 ਰੁਪਏ ਯਾਨੀ ਕਿ $1 ਦੀ ਹੋਵੇਗੀ। ਅਗਰ ਇੱਕ ਵਿਅਕਤੀ UK ਦੇ ਵਿੱਚ 2000 ਪਾਉਂਡ ਕਮਾ ਰਿਹਾ ਤੇ ਦੂਸਰਾ ਵਿਅਕਤੀ ਇੰਡੀਆ ਦੇ ਵਿੱਚ 2000 ਪਾਉਂਡ ਕਮਾ ਰਿਹਾ ਯਾਨੀ ਕਿ 2 ਲੱਖ ਰੁਪਏ ਕਮਾ ਰਿਹਾ, ਤਾਂ ਇੰਡੀਆ ਵਿੱਚ ਰਹਿਣ ਵਾਲੇ ਵਿਅਕਤੀ ਦਾ ਲਿਵਿੰਗ ਸਟੈਂਡਰਡ UK ਵਾਲੇ ਨਾਲੋਂ ਬਿਲਕੁਲ ਹੀ ਡਿਫਰੈਂਟ ਹੋਵੇਗਾ। ਇਸੇ ਨੂੰ ਹੀ ਬੋਲਦੇ ਆ ਪਰਚੇਸਿੰਗ ਪਾਵਰ ਪੈਰਿਟੀ। ਇਹ ਬਹੁਤ ਸਾਰੇ ਫੈਕਟਰਸ ਉੱਪਰ ਡਿਪੈਂਡ ਕਰਦੀ ਹੈ ਤੇ ਇੰਡੀਆ ਦਾ ਇਸ ਦੇ ਵਿੱਚ ਰੈਂਕ ਹੈ 3ਰਾ। ਹੋਰ ਵੀ ਬਹੁਤ ਸਾਰੇ ਫੈਕਟਰਸ ਕੰਸੀਡਰ ਕਰੇ ਜਾਂਦੇ ਆ ਦੇਸ਼ ਦੀ ਇਕਨੋਮੀ ਦੀ ਸਿਹਤ ਚੈੱਕ ਕਰਨ ਵਾਸਤੇ, ਜਿਵੇਂ ਕਿ ਫੋਰਨ ਰਿਜ਼ਰਵ, ਫਿਸਕਲ ਡੈਫਿਸਿਟ ਤੇ ਐਕਸਪੋਰਟ ਇੰਪੋਰਟ ਬੈਲੈਂਸ। ਪਰ ਵੀਡੀਓ ਨੂੰ ਲੰਬਾ ਨਾ ਖਿੱਚਦੇ ਹੋਏ ਐਂਡ ਦੇ ਵਿੱਚ ਮੁੱਕਦੀ ਗੱਲ ਇਹ ਹੈ ਕਿ GDP ਦੇ ਵਿੱਚ ਹੋ ਰਹੀ ਤਰੱਕੀ ਦਾ ਫਾਇਦਾ ਆਮ ਨਾਗਰਿਕ ਨੂੰ ਹੋ ਵੀ ਰਿਹਾ ਕਿ ਨਹੀਂ। ਸਾਡੇ ਦੇਸ਼ ਦਾ ਬੇਸਿਕ ਸਟਰਕਚਰ ਜਿਵੇਂ ਕਿ ਇਨਫਰਾਸਟ੍ਰਕਚਰ, ਹੈਲਥ ਸਿਸਟਮ, ਐਜੂਕੇਸ਼ਨ ਸਿਸਟਮ, ਕਿ ਇਹਨਾਂ ਦੇ ਵਿੱਚ ਕੋਈ ਇੰਪਰੂਵਮੈਂਟ ਹੋ ਰਹੀ ਹੈ। ਸਭ ਤੋਂ ਐਂਡ ਦੇ ਵਿੱਚ ਮਾਇਨੇ ਤਾਂ ਇਹੀ ਰੱਖਦਾ ਹੈ ਕਿ ਦੇਸ਼ ਦਾ ਨਾਗਰਿਕ ਕਿੰਨਾ ਸੁਰੱਖਿਅਤ ਤੇ ਕਿੰਨਾ ਖੁਸ਼ ਫੀਲ ਕਰਦਾ ਹੈ। ਅਗਰ ਵੀਡੀਓ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।